ਹੈਲੋ एवरीवन ਅੱਜ 26 ਜੁਲਾਈ ਨੂੰ ਜੇਲ ਵਾਰਡਰ ਦਾ ਐਗਜ਼ਾਮ ਸੀ। ਇਸ ਪੇਪਰ ਦੇ ਵਿੱਚ 12 ਕੁਐਸਚਨ ਸੀਗੇ ਇੰਗਲਿਸ਼ ਸੈਕਸ਼ਨ ਦੇ, ਜਿਨ੍ਹਾਂ ਦੇ ਆਨਸਰਸ ਐਕਸਪਲੇਨੇਸ਼ਨਸ ਆਪਾਂ ਹੁਣ ਇਸ ਵੀਡੀਓ ਦੇ ਵਿੱਚ ਦੇਖਾਂਗੇ। ਓਵਰਆਲ ਇਹ ਸੈਕਸ਼ਨ ਈਜ਼ੀ ਟੂ ਮੋਡਰੇਟ ਲੈਵਲ ਦਾ ਸੀ, ਨਾਟ ਟੂ ਡਿਫਿਕਲਟ। ਮੈਨੂੰ ਇਸ ਤਰ੍ਹਾਂ ਲੱਗਿਆ, ਬਾਕੀ ਤੁਹਾਨੂੰ ਕੀ ਲੱਗਿਆ ਯੂ ਕੈਨ ਟੈਲ ਮੀ ਇਨ ਦ ਕਮੈਂਟ ਸੈਕਸ਼ਨ। ਸੋ ਲੈਟਸ ਸੀ ਦ ਆਨਸਰ ਆਫ ਕੁਐਸਚਨ ਨੰਬਰ 56। देखो 56 क्वेश्चन है कि neither the teacher nor the students dash present at the meeting yesterday। ਇਹ ਵਾਲਾ ਕੁਐਸਚਨ ਦੇਖੋ ਸਬਜੈਕਟ ਵਰਬ ਐਗਰੀਮੈਂਟ ਦੇ ਵਿੱਚੋਂ ਸੀਗਾ। ਜਦੋਂ neither nor ਹੋਵੇ ਤਾਂ ਵਰਬ ਐਗਰੀ ਕਰਦੀ ਹੁੰਦੀ ਆ ਨੀਅਰੈਸਟ ਸਬਜੈਕਟ ਦੇ ਨਾਲ। ਇੱਥੇ ਹੁਣ ਨੀਅਰੈਸਟ ਸਬਜੈਕਟ ਕਿਹੜਾ? ਟੀਚਰ ਐਂਡ ਸਟੂਡੈਂਟਸ। ਐਸ ਸਟੂਡੈਂਟਸ ਹੈ ਤਾਂ ਆਨਸਰ ਕੀ ਹੋਏਗਾ? were। ਨੈਕਸਟ ਇਜ਼ she sang the difficult aria dash then anyone else in the choir। देखो sang, she sang the difficult aria। aria is a kind of you can say style of singing। या then आ गया means comparison हो रहा। explain ਅਸੀਂ ਕਿਹਨੂੰ ਕਰਨਾ ਜਾਂ modify ਕਿਹਨੂੰ ਕਰਨਾ? verb ਨੂੰ। तो she sang beautifully। ਹੁਣ ਕਿਉਂਕਿ comparison ਆ, anyone else ਆ तो more beautifully। वैसे ऑप्शन देख के तो ਤੁਹਾਨੂੰ ਮੋਰ ਮੋਸਟ ਵਿੱਚ ਕਨਫਿਊਜ਼ ਹੋਣ ਦੀ ਵੀ ਲੋੜ ਨਹੀਂ, ਸਿਰਫ ਬਿਊਟੀਫੁਲੀ ਦੇ ਨਾਲ ਹੀ ਪਤਾ ਲੱਗ ਗਿਆ ਕਿ ਇਹ ਆਪਸ਼ਨ ਆ। ਬਟ ਅਗਰ ਮੋਰ ਬਿਊਟੀਫੁਲੀ ਤੇ ਮੋਸਟ ਬਿਊਟੀਫੁਲੀ ਹੁੰਦਾ ਤਾਂ ਵੀ ਤੁਸੀਂ ਮੋਰ ਬਿਊਟੀਫੁਲੀ ਇਸ ਕਰਕੇ ਲਗਾਉਂਦੇ ਕਿਉਂਕਿ ਇੱਥੇ ਕੰਪੈਰੀਟਿਵ ਡਿਗਰੀ ਯੂਜ਼ ਹੋਣੀ ਆ। ਜਸਟ ਫਿਊ ਡੇਜ਼ ਅਗੋ ਜਿਹੜਾ ਐਡਵਰਬ ਦਾ ਲੈਸਨ ਮੈਂ ਅਪਲੋਡ ਕੀਤਾ ਸੀ ਉਹਦੇ ਵਿੱਚ ਸਪੈਸੀਫਿਕਲੀ ਤੁਹਾਨੂੰ ਦੱਸਿਆ ਸੀ ਕਿ ਐਡਵਰਬ ਦੀਆਂ ਵੀ ਡਿਗਰੀਜ਼ ਹੁੰਦੀਆਂ ਐਡਜੈਕਟਿਵ ਦੀ ਤਰ੍ਹਾਂ ਹੀ, ਪੋਜ਼ਿਟਿਵ, ਕੰਪੈਰੀਟਿਵ, ਸੁਪਰਲੇਟਿਵ। ਇੱਥੇ ਕੰਪੈਰੀਟਿਵ ਡਿਗਰੀ ਆਏਗੀ। ਆਨਸਰ ਇਜ਼ ਏ। ਨੈਕਸਟ ਇਜ਼ ਚੂਜ਼ ਦ ਵਰਡ ਦੈਟ ਇਜ਼ ਕਲੋਜ਼ੈਸਟ ਇਨ ਮੀਨਿੰਗ ਟੂ ਮਿਟੀਗੇਟ। ਮਿਟੀਗੇਟ ਕਰਨ ਦਾ ਮਤਲਬ ਹੁੰਦਾ ਆ ਕਿਸੇ ਦੀ ਪੇਨ ਨੂੰ, ਕਿਸੇ ਦੀ ਸਫਰਿੰਗ ਨੂੰ ਲੈਸ ਸੀਵੀਅਰ ਕਰਨਾ, ਮੀਨਸ ਕੋਈ ਇੰਟੈਂਸਿਟੀ ਨੂੰ ਰਿਡਿਊਸ ਕਰਨਾ। ਅਲੀਵੀਏਟ ਦਾ ਮਤਲਬ ਵੀ ਸੇਮ ਹੀ ਹੁੰਦਾ ਆ। ਐਗਰੇਵੇਟ ਕਰਨਾ ਤਾਂ ਹੋਰ ਜ਼ਿਆਦਾ ਵਧਾਉਣਾ। ਇਨਸਾਈਟ ਕਰਨ ਦਾ ਮਤਲਬ ਹੁੰਦਾ ਕਿਸੇ ਨੂੰ ਉਕਸਾਉਣਾ। ਐਂਡ ਇੰਟੈਂਸੀਫਾਈ ਕਰਨ ਦਾ ਮਤਲਬ ਵੀ ਦੇਖੋ ਇੰਟੈਂਸਿਟੀ ਨੂੰ ਇੱਥੇ ਆਪਾਂ ਘਟਾ ਰਹੇ ਹਾਂ ਤਾਂ ਇੰਟੈਂਸੀਫਾਈ ਕਰਨਾ ਮਤਲਬ ਹੋਰ ਇੰਟੈਂਸ ਕਰਨਾ। ਜਿਹੜੇ ਬਾਕੀ ਦੇ ਤਿੰਨ ਹੈਗੇ ਆ ਉਹ ਆਲਮੋਸਟ ਸੀ ਡਿਫਰੈਂਟ ਆ, ਏ ਤੇ ਡੀ ਤਾਂ ਆਲਮੋਸਟ ਐਂਟੋਨਿਮਸ ਹੈਗੇ ਆ ਮਿਟੀਗੇਟ ਦੇ। ਪਰ ਆਪਾਂ ਇੱਥੇ ਕੀ ਦੱਸਣਾ? ਕਲੋਜ਼ੈਸਟ ਮੀਨਿੰਗ ਮੀਨਸ ਸਿਨੋਨਿਮ ਦੱਸਣਾ। ਤਾਂ ਸਿਨੋਨਿਮ ਇਹਦਾ ਕੀ ਹੋ ਗਿਆ? ਅਲੀਵੀਏਟ। ਅ ਪਰਸਨ ਹੂ ਇਜ਼ indifferent to pleasure or pain is called a or an। अच्छा, person who is indifferent, indifferent ਦਾ ਮਤਲਬ ਹੁੰਦਾ ਆ ਕਿਸੇ ਚੀਜ਼ ਦੀ ਪਰਵਾਹ ਨਾ ਕਰਨਾ, ਕਿਸੇ ਚੀਜ਼ ਇੰਟਰਸਟਿਡ ਨਾ ਹੋਣਾ, don't care about that thing। ਹੁਣ the person who doesn't care about pleasure, pain, ਉਹਨੂੰ ਆਪਾਂ ਕੀ ਕਵਾਂਗੇ? ਦੇਖੋ ਐਪੀਕਿਊਰ ਤਾਂ ਹੁੰਦਾ ਆ ਜਿਹੜਾ ਲਗਜ਼ਰੀ ਨੂੰ, ਅੱਛੀਆਂ ਚੀਜ਼ਾਂ ਨੂੰ ਇੰਜੋਏ ਕਰੇ, ਠੀਕ। Stoic, stoic the meaning similar, yeah, that means someone who is emotionally strong, unaffected by pain, pleasure। ਇਸ ਤਰ੍ਹਾਂ ਦੇ person ਨੂੰ ਆਪਾਂ stoic ਕਹਿੰਦੇ ਆ। ਤੇ altruist ਹੁੰਦਾ ਆ selfless helper। recluse ਹੁੰਦਾ ਆ who lives in isolation, ਠੀਕ। ਇਸ ਤਰ੍ਹਾਂ 59 question ਦਾ answer B ਹੋਏਗਾ। next, the manager was so impressed by her performance that he decided to dash her proposal immediately। proposal ਇੱਥੇ ਦੇਖੋ ਅਡੋਪਟ ਕਰਨਾ ਹੀ ਹੋਏਗਾ obviously। ਕਿਉਂ? ਕਿਉਂਕਿ ਅਡੈਪਟ ਤਾਂ ਹੁੰਦਾ ਆ ਕਿਸੇ ਚੀਜ਼ ਦੇ ਅਡੈਪਟ ਹੋ ਜਾਣਾ, ਕਿਸੇ ਚੀਜ਼ ਦੇ ਅਕੋਰਡਿੰਗ ਢਲ ਜਾਣਾ, ਮੋਡੀਫਾਈ ਹੋ ਜਾਣਾ। ਅਡੈਪਟ ਈ ਦੇ ਨਾਲ ਹੈ ਜਿਹੜਾ ਉਹਦਾ ਮਤਲਬ ਹੁੰਦਾ ਸਕਿਲਡ ਹੋਣਾ। ਇਲੈਪਸਡ ਹੁੰਦਾ ਆ, ਇਲੈਪਸਡ ਮੀਨਸ ਟਾਈਮ ਦਾ ਇਲੈਪਸ ਹੋ ਜਾਣਾ, ਜਿਸ ਤਰ੍ਹਾਂ ਕੋਈ ਟਾਈਮ ਪੀਰੀਅਡ ਜਿਹੜਾ ਲੰਘ ਚੁੱਕਿਆ ਆ ਉਹਨੂੰ ਆਪਾਂ ਇਲੈਪਸਡ ਕਹਿੰਦੇ ਆ, ਟਾਈਮ ਇਲੈਪਸ ਹੁੰਦਾ ਨਾ। ਸੋ ਅਡੋਪਟ ਇਜ਼ ਅ suitable word here। Next is identify the grammatically correct sentence from the options below। He behaves as if he knows everything। देखो as if ਜਦੋਂ ਆ ਜਾਣਾ as if, as though, ਆਪਾਂ unreal imaginary situation ਬਾਰੇ ਗੱਲ ਕਰ ਰਹੇ ਹੁੰਦੇ ਆ ਤੇ ਉੱਥੇ ਆਪਾਂ past tense use ਕਰਦੇ ਆ। knows ਤਾਂ ਬਿਲਕੁਲ ਨਹੀਂ ਆਏਗਾ। it means ਇਹ incorrect ਹੋ ਗਿਆ। Scarcely had I reached the station then the train left। scarcely ਦੇ ਨਾਲ ਇੱਥੇ then is not suitable। ਅਗਰ when ਹੁੰਦਾ ਤਾਂ ਫਿਰ ਇਹ ਠੀਕ ਹੋ ਸਕਦਾ ਸੀ।
she is senior than me in service. Senior than नहीं ਹੁੰਦਾ, senior to ਹੁੰਦਾ. No sooner did I reach the station than the train left. This is a correct sentence. Next question is, what is the meaning of idiom spill the beans? Spill the bean मतलब राज खोल देना टाइम तो पहले, to reveal a secret prematurely. Next is choose a correctly spelled word. Word हैगा या liaison. Liaison ਦਾ मतलब ਹੁੰਦਾ ਆ collaboration, cooperation. A is the answer here. ये वाला. Next is he is dash honorable man who always stands by his word. देखो quite easy question this is. he है ये एन आएगा obviously क्योंकि honorable pronunciation ਜਿਹੜੀ ਆ ਉਹ vowel sound ਦੀ ਆ, ਇਸ ਕਰਕੇ A नहीं आएगा, एन आएगा. Next, the final decision abstains any political influence. Abstain ਜਿਹੜਾ ਹੈ ਨਾ ਇੱਕ ਕੋਲੋਕੇਸ਼ਨ ਹੈਗੀ ਆ. ਕੋਲੋਕੇਸ਼ਨ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਕਿ ਪ੍ਰੈਪੋਜੀਸ਼ਨ ਕੁਝ ਵਰਡਸ ਹੁੰਦੇ ਆ ਉਹ ਸਪੈਸੀਫਿਕ ਪ੍ਰੈਪੋਜੀਸ਼ਨ ਹੀ ਫੋਲੋ ਕਰਦੀ ਉਹਨਾਂ ਨੂੰ. ਇੱਥੇ from ਆਏਗਾ. The final decision abstains from. Abstain from ਦਾ ਮਤਲਬ ਹੁੰਦਾ ਕਿਸੇ ਚੀਜ਼ ਤੋਂ ਦੂਰ ਰਹਿਣਾ. Any political influence. Okay. Next is indirect speech. Indirect speech ਦੇ ਵਿੱਚ he said to me where are you going. ਸਭ ਤੋਂ ਪਹਿਲਾਂ ਤਾਂ question mark ਹੈ ਤਾਂ asked ਆਏਗਾ. asked me. Obviously ਇਹ ਦੋ option possible ਹੈਗੇ ਆ ਜਿਹਦੇ ਵਿੱਚੋਂ answer A ਹੋਏਗਾ because he asked me where I was going, not am I going. ਇਸ ਕਰਕੇ answer is A. He asked me where I was going. क्योंकि me ਦੇ according A U change ਹੋਇਆ. Change the following sentence into passive voice. Active to passive ਬਣਾਉਣਾ. The chef prepared a delicious meal. A delicious meal ਇੱਥੇ object ਹੈ ਜਿਹਨੂੰ ਆਪਾਂ subject ਬਣਾ ਦੇਣਾ. A delicious meal prepared past tense ਆ ਤਾਂ was ਦੇ ਨਾਲ third form ਆਏਗੀ. A delicious meal was prepared by the chef. So these were the 12 questions ਜਿਹੜੇ ਅੱਜ ਦੇ ਪੇਪਰ 'ਚ ਆਏ ਸੀਗੇ. I think easy ਸੀਗੇ. ਕੁਛ ਵਿੱਚੋਂ ਮੋਡਰੇਟ ਜਿਹੇ ਲੈਵਲ ਦੇ ਸੀਗੇ ਵੀ ਲਾਈਕ ਲਿਜ਼ਨ ਜਿਹੜਾ ਵਰਡ ਆ ਉਹ ਇੰਨਾ ਕਾਮਨਲੀ ਆਈ ਗੈਸ ਉਹਦੇ ਸਪੈਲਿੰਗ ਆਪਾਂ ਧਿਆਨ 'ਚ ਨਹੀਂ ਰੱਖਦੇ ਔਰ ਬੜੀ ਕਨਫਿਊਜ਼ਿੰਗ ਆ. ਇਸ ਤਰ੍ਹਾਂ ਦਾ ਇੱਕ ਦੋ ਕੁਐਸਚਨ ਆ ਜਿਹੜੇ ਮੋਡਰੇਟ ਲੈਵਲ ਦੇ ਸੀ. ਅਦਰਵਾਈਜ਼ ਓਵਰਆਲ ਆਈ ਗੈਸ ਇਟ ਵਾਜ਼ ਐਨ ਈਜ਼ੀ ਸੈਕਸ਼ਨ. ਬਾਕੀ ਤੁਹਾਡਾ ਐਗਜ਼ਾਮ ਕਿਸ ਤਰ੍ਹਾਂ ਦਾ ਗਿਆ, ਯੂ ਕੈਨ ਟੈਲ ਮੀ ਇਨ ਦ ਕਮੈਂਟ ਸੈਕਸ਼ਨ. ਥੈਂਕ ਯੂ ਫॉर ਵਾਚਿੰਗ.